ਵਿਸ਼ਵ ਵਾਸੀਓ, ਹਰ ਸਾਲ 26 ਜੂਨ ਨੂੰ ਇੱਕ ਦਿਨ ਮਨਾਇਆ ਜਾਂਦਾ ਹੈ। ਉਹ ਦਿਨ ਹੈ ਨਸ਼ਿਆਂ ਦੀ ਵਰਤੋਂ ਤੇ ਵਪਾਰ ਵਿਰੁੱਧ ਅੰਤਰਰਾਸ਼ਟਰੀ ਦਿਵਸ, ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਜ਼ ਐਂਡ ਇਲਿਸਿਟ ਟ੍ਰੈਫਿਕਿੰਗ। ਸੱਚਮੁੱਚ ਕੌਮਾਂਤਰੀ ਸਮੱਸਿਆ ਹੈ, ਪਰ ਜਿੰਨੀ ਵੱਡੀ ਸਮੱਸਿਆ ਹੈ, ਉਸ ਸਮੱਸਿਆ ਦੇ ਹੱਲ ਲਈ ਓਨੀ ਵੱਡੀ ਗੰਭੀਰਤਾ ਤੇ ਸੁਹਿਰਦਤਾ ਨਜ਼ਰ ਨਹੀਂ ਆਉਂਦੀ। ਉਦਾਹਰਣ ਲਈ, ਜੇਕਰ ਜੇਲ੍ਹਾਂ ਦੇ ਅੰਦਰ ਵੀ ਨਸ਼ੇ ਦੀ ਵਰਤੋਂ ਹੁੰਦੀ ਹੋਵੇ, ਨਸ਼ੇ ਦਾ ਵਪਾਰ ਹੁੰਦਾ ਹੋਵੇ, ਇਹ ਕੀ ਆਸ ਕੀਤੀ ਜਾ ਸਕਦੀ ਹੈ ਕਿ ਕੌਮਾਂਤਰੀ ਪੱਧਰ 'ਤੇ ਚੱਲ ਰਹੀ ਵੱਡੀ ਸਮੱਸਿਆ ਦਾ ਹੱਲ ਹੋ ਸਕੇਗਾ। ਸਪਸ਼ਟ ਹੈ ਕਿ ਮਨੁੱਖ ਕਿਤੇ ਨਾ ਕਿਤੇ ਆਪਣੇ ਅੰਦਰੋਂ ਬੇਈਮਾਨ ਹੈ। ਕਿਤੇ ਨਾ ਕਿਤੇ ਉਹ ਆਪਣੇ ਧਰਮ ਨੂੰ ਪਿੱਠ ਵਿਖਾਈ ਬੈਠਾ ਹੈ। ਗੁਰੂ ਸਾਹਿਬਾਨ ਨੇ ਤੇ ਗੁਰਬਾਣੀ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਾਰ-ਵਾਰ ਪ੍ਰੇਰਨਾ ਕੀਤੀ ਹੈ, ਵਾਰ-ਵਾਰ ਤਾੜਨਾ ਕੀਤੀ ਹੈ ਕਿ ਇਹ ਮਨੁੱਖ, ਤੂੰ ਆਪਣੀ ਜ਼ਿੰਦਗੀ ਸੁਚੇਤ ਅਵਸਥਾ ਵਿੱਚ ਜੀ। ਇਸ ਅਵਸਥਾ ਵਿੱਚ ਹੀ ਗਿਆਨ ਅਤੇ ਵਿਗਿਆਨ ਦੀ ਤੈਨੂੰ ਸੋਝੀ ਮਿਲੇਗੀ। ਨਸ਼ੇ ਕਰਕੇ ਅਚੇਤ ਅਵਸਥਾ ਵਿੱਚ ਰਹਿਣ ਨਾਲ ਸਾਰੀ ਜ਼ਿੰਦਗੀ ਤੇਰੀ ਮੱਧਹੋਛੀ ਵਿੱਚ ਦੀ ਲੰਘ ਜਾਵੇਗੀ। ਨਹੀਂ ਪਤਾ ਚੱਲੇਗਾ ਸੱਚ ਕੀ ਹੈ, ਝੂਠ ਕੀ ਹੈ, ਗਿਆਨ ਕੀ ਹੈ ਅਤੇ ਵਿਗਿਆਨ ਕੀ ਹੈ। ਹਰ ਨਸ਼ੇ ਤੋਂ, ਅਤੇ ਜਿਸ ਸ਼ਰਾਬ ਨੂੰ ਅਸੀਂ ਅੱਜ ਨਸ਼ਾ ਨਹੀਂ ਸਮਝਦੇ, ਉਹਨੂੰ ਪ੍ਰਵਾਨਗੀ ਦਿੱਤੀ ਹੋਈ ਹੈ। ਉਸ ਸੰਬੰਧ ਵਿੱਚ ਗੁਰੂ ਸਾਹਿਬਾਨ ਨੇ ਤਾੜਨਾ ਕੀਤੀ ਹੈ। ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮੋਂ ਧੱਕੇ ਖਾਏ। ਜਿਹਨੂੰ ਪੀਣ ਦੇ ਨਾਲ ਤੇਰੇ ਅੰਦਰ ਪਾਗਲਪਨ ਆ ਜਾਂਦਾ ਹੋਵੇ ਅਤੇ ਆਪਣੇ ਪਰਾਏ ਦੀ ਪਛਾਣ ਹੀ ਭੁੱਲ ਜਾਂਦਾ ਹੋਵੇ, ਅਤੇ ਖਸਮੋਂ ਧੱਕੇ ਖਾਏ ਪਰਮੇਸ਼ਰ ਦੇ ਦੁਆਰ ਤੋਂ, ਐਸਾ ਨਸ਼ਾ ਕਿਉਂ ਕਰਦਾ ਹੈ। ਜਿਤ ਪੀਤਾ ਹੈ ਖਸਮ ਵਿਸਰੈ, ਦਰਗਾਹ ਮਿਲੈ ਸਜਾਏ। ਝੂਠਾ ਮਦ, ਝੂਠਾ ਮਦ ਦਾ ਮਤਲਬ ਇਹ ਸ਼ਰਾਬ, ਝੂਠਾ ਨਸ਼ਾ। ਮੂਲ ਨਾ ਪੀਚੈ ਜੇ ਕਾ ਪਾਰ ਵਸਾਏ। ਸੱਚਮੁੱਚ ਜੇ ਤੂੰ ਆਪਣੀ ਜ਼ਿੰਦਗੀ ਨੂੰ ਪਾਰ ਕਰਨਾ ਚਾਹੁੰਦਾ ਹੈ, ਇਸ ਭਵਜਲ ਨੂੰ ਪਾਰ ਕਰਨਾ ਚਾਹੁੰਦਾ ਹੈ, ਅਤੇ ਸ਼ਰਾਬ ਅਤੇ ਕਿਸੇ ਵੀ ਨਸ਼ੇ ਦੇ ਨਾਲ ਆਪਣੀ ਨੇੜਤਾ ਨਾ ਬਣਾ, ਅਤੇ ਜੇ ਨੇੜਤਾ ਹੈ ਤਾਂ ਉਸ ਨੂੰ ਛੱਡ ਦੇ। ਨਸ਼ਿਆਂ ਦੀਆਂ ਵੱਖ-ਵੱਖ ਵੰਨਗੀਆਂ ਨੇ। ਇੱਕ ਨਸ਼ੇ ਪ੍ਰਵਾਨਿਤ ਨੇ, ਇੱਕ ਗੈਰ ਪ੍ਰਵਾਨਿਤ ਨੇ। ਪਰ ਆਪਾਂ ਅੱਜ ਗੱਲ ਕਰੀਏ ਸ਼ਰਾਬ ਦੀ, ਕਿਉਂਕਿ ਸ਼ਰਾਬ ਅਤੇ ਤੰਬਾਕੂ ਜੋ ਹੈ ਨਾ, ਇਹਨੂੰ ਗੇਟਵੇ ਡਰੱਗਸ ਕਿਹਾ ਜਾਂਦਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਇਹਨਾਂ ਨੂੰ ਗੇਟਵੇ ਡਰੱਗਸ ਕਹਿੰਦੀ ਹੈ। ਭਾਵ ਕਿ ਨਸ਼ਿਆਂ ਦੇ ਘਰ ਜਾਣ ਵਾਲਾ ਇੱਕ ਗੇਟ ਹੈ, ਇੱਕ ਰਸਤਾ ਹੈ। ਪਰ ਅਸੀਂ ਜਿਵੇਂ ਇਸ ਸ਼ਰਾਬ ਨੂੰ ਅਪਣਾਇਆ ਹੈ, ਜਿੰਨੀ ਅਸੀਂ ਇਸ ਨਾਲ ਨੇੜਤਾ ਬਣਾ ਲਈ ਹੈ, ਉਹ ਸ਼ਰਾਬ ਸਾਡੇ ਘਰ ਵਿੱਚ ਆਪਣਾ ਘਰ ਬਣਾ ਗਈ ਹੈ, ਅਤੇ ਅਸੀਂ ਅੱਜ ਉਸ ਨੂੰ ਬੜੀ ਵੱਡੀ ਮਾਨਤਾ ਦੇ ਦਿੱਤੀ ਹੈ। ਅਤੇ ਵਿਦਵਾਨ ਕਹਿੰਦੇ ਨੇ, ਓਨੇ ਬੰਦੇ ਸਮੁੰਦਰ ਨੇ ਨਹੀਂ ਡੋਬੇ, ਜਿੰਨੇ ਬੰਦੇ ਸ਼ਰਾਬ ਨੇ ਡੋਬੇ ਨੇ। ਸੱਚਮੁੱਚ ਇਹ ਉਹਨਾਂ ਮਾਵਾਂ ਨੂੰ ਅਤੇ ਭੈਣਾਂ ਨੂੰ ਅਤੇ ਧੀਆਂ ਨੂੰ ਪੁੱਛ ਕੇ ਦੇਖੀਏ, ਉਹਨਾਂ ਬੱਚਿਆਂ ਨੂੰ ਪੁੱਛ ਕੇ ਦੇਖੀਏ, ਜਿਨ੍ਹਾਂ ਦੇ ਘਰਾਂ ਅੰਦਰ ਇਸ ਸ਼ਰਾਬ ਦੇ ਕਾਰਨ ਹਰ ਰੋਜ਼ ਵੈਣ ਪੈਂਦੇ ਨੇ,
ਕਲਾ ਕਲੇਸ਼ ਹੁੰਦੇ ਨੇ। ਇਸ ਸ਼ਰਾਬ ਦੇ ਕਾਰਨ ਘਰ ਦੀ ਮੰਦਹਾਲੀ ਹੁੰਦੀ ਹੈ ਅਤੇ ਘਰ ਦੀ ਖੁਸ਼ਹਾਲੀ ਗੁਆਚ ਜਾਂਦੀ ਹੈ। ਖੈਰ, ਸਮੇਂ ਵਿੱਚ ਸੀਮਤ ਰਹਿੰਦੇ ਹਾਂ। ਜਿਸ ਸ਼ਰਾਬ ਨਾਲ ਸਾਡੀ ਇੰਨੀ ਨੇੜਤਾ ਬਣ ਚੁੱਕੀ ਹੈ, ਉਸ ਸ਼ਰਾਬ ਦੇ ਸੰਬੰਧ ਵਿੱਚ ਕੁਝ ਤਕਨੀਕੀ ਨੁਕਤੇ ਤੁਹਾਡੇ ਨਾਲ ਅੱਜ ਇਸ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ 'ਤੇ ਜ਼ਰੂਰ ਸਾਂਝੇ ਕਰਨੇ ਹਨ, ਕਿਉਂਕਿ ਬਹੁਤ ਵੱਡਾ ਵਹਿਮ ਹੈ ਕਿ ਜੇ ਕੋਈ ਪ੍ਰਵਾਨਿਤ ਨਸ਼ਾ ਹੈ ਨਾ, ਅਤੇ ਉਹ ਪ੍ਰਵਾਨਿਤ ਨਸ਼ਾ ਜਿਹੜਾ ਹੈ ਸ਼ਾਇਦ ਸਾਨੂੰ ਕੋਈ ਨੁਕਸਾਨ ਨਹੀਂ ਕਰਦਾ। ਲੇਕਿਨ ਧਰਮ ਦੀ ਦੁਨੀਆ ਦੇ ਅੰਦਰ ਔਰ ਡਾਕਟਰੀ ਦੀ ਦੁਨੀਆ ਦੇ ਅੰਦਰ ਸ਼ਰਾਬ ਇੱਕ ਨਸ਼ਾ ਹੈ। ਸ਼ਰਾਬ ਸਾਡੇ ਸਮਾਜਾਂ ਵਿੱਚ ਪੈਦਾ ਹੋ ਰਹੀਆਂ ਕਈਆਂ ਬਿਮਾਰੀਆਂ ਦੀ ਜੜ੍ਹ ਹੈ। ਸ਼ਰਾਬ ਦੇ ਵਿੱਚ ਵੀ ਤਾਂ ਨਸ਼ੀਲਾ ਪਦਾਰਥ ਹੈ ਨਾ, ਜਿਹਨੂੰ ਈਥਾਨੋਲ ਆਖਦੇ ਆ। ਤੁਸੀਂ ਪੜ੍ਹੇ ਲਿਖੇ ਹੋ, ਸਮਝਦੇ ਹੋ। ਸ਼ਰਾਬ ਪੀਣਾ ਵੀ ਇੱਕ ਬਿਮਾਰੀ ਹੈ। ਇਸੇ ਨੂੰ ਤਾਂ ਅਲਕੋਹਲਿਜ਼ਮ ਆਖਦੇ ਆ ਨਾ। ਇਹ ਬੜੀ ਜ਼ਬਰਦਸਤ ਬਿਮਾਰੀ ਹੈ, ਨਿਤ ਦਿਨ ਵਧਣ ਵਾਲੀ ਬਿਮਾਰੀ ਹੈ ਔਰ ਅੰਤ ਵਿੱਚ ਸਰੀਰ ਨੂੰ ਬਰਬਾਦ ਕਰਨ ਵਾਲੀ ਬਿਮਾਰੀ ਹੈ। ਅਲਕੋਹਲਿਜ਼ਮ ਇਜ਼ ਏ ਕੰਪਲਸਿਵ, ਪ੍ਰੋਗਰੈਸਿਵ ਐਂਡ ਡਿਸਟਰਕਟਿਵ ਡਿਜ਼ੀਜ਼। ਕਈ ਲੋਕ ਇਸ ਨੂੰ ਬਿਮਾਰੀ ਨਹੀਂ ਸਮਝਦੇ, ਸਿਰਫ ਸ਼ੌਂਕ ਸਮਝਦੇ ਨੇ। ਬੜੀ ਵੱਡੀ ਭੁੱਲ ਹੈ। ਮੈਡੀਕਲ ਸਾਇੰਸ ਇਹ ਗੱਲ ਕਹਿੰਦੀ ਹੈ ਕਿ ਸ਼ਰਾਬ ਪੀਣ ਵਾਲਾ ਵਿਅਕਤੀ ਆਪਣੀ ਉਮਰ ਦੇ 10 ਸਾਲ ਘਟਾ ਲੈਂਦਾ ਹੈ। 100 ਸਾਲ ਜੀਣਾ ਹੈ ਅਤੇ 90 ਸਾਲ ਹੀ ਜੀਂਦਾ ਹੈ। ਕੀ ਈਥਾਨੋਲ ਸਾਡੇ ਨਰਵਸ ਸਿਸਟਮ ਨੂੰ ਡਿਪਰੈਸ ਨਹੀਂ ਕਰਦੀ? ਠੀਕ ਹੈ, ਕੁਝ ਪੀਣ ਦੇ ਨਾਲ ਉਸ ਵੇਲੇ ਸਟੀਮੂਲੇਸ਼ਨ ਹੁੰਦੀ ਹੈ, ਰੋਕ ਟੋਕ ਮਿਟਦੀ ਹੈ, ਅਤੇ ਇੰਝ ਲੱਗਦਾ ਹੈ ਕਿ ਸ਼ਰਾਬ ਪੀ ਕੇ ਬੜੀ ਦਲੇਰੀ ਆ ਗਈ, ਬੜੀ ਚੁਸਤੀ ਆ ਗਈ। ਪਰ ਉਸ ਤੋਂ ਬਾਅਦ ਨਤੀਜਾ ਕੀ ਹੁੰਦਾ ਹੈ? ਇਹ ਸ਼ਰਾਬ ਸਾਡੇ ਮੂੰਹ ਵਿਚਲੀ ਝਿੱਲੀ ਦੁਆਰਾ, ਖਾਣੇ ਵਾਲੀ ਨਾਲੀ ਰਾਹੀਂ, ਮਿਹਦੇ ਵਿੱਚ ਦੀ ਛੋਟੀਆਂ ਅੰਤੜੀਆਂ ਦੇ ਉੱਪਰਲੇ ਹਿੱਸੇ ਰਾਹੀਂ ਸਾਡੇ ਖੂਨ ਵਿੱਚ ਚਲੀ ਜਾਂਦੀ ਹੈ, ਅਤੇ ਜਦੋਂ ਖੂਨ ਵਿੱਚ ਜਾਂਦੀ ਹੈ ਅਤੇ ਸਾਡੇ ਲੀਵਰ ਦੇ ਉੱਤੇ ਬਹੁਤ ਮਾੜਾ ਅਸਰ ਕਰਦੀ ਹੈ। ਪਰ ਸਾਡੇ ਅੰਦਰ ਬੜੇ ਵਹਿਮ ਨੇ ਕਿ ਮੈਂ ਤਾਂ ਬਹੁਤ ਘੱਟ ਪੀਂਦਾ ਹਾਂ, ਮੈਂ ਕਦੇ ਪੀਂਦਾ ਹਾਂ, ਮੈਂ ਰੋਜ਼ ਨਹੀਂ ਪੀਂਦਾ, ਜਾਂ ਹਰ ਰੋਜ਼ ਪੀ ਲੈਣਾ ਸ਼ਾਇਦ ਇੱਕ ਦਵਾਈ ਹੈ। ਅਤੇ ਆਪਾਂ ਇਸ ਗੱਲ ਦਾ ਅੱਜ ਨਿਰਣਾ ਕਰਨਾ ਹੈ ਕਿ ਕਿਵੇਂ ਪਤਾ ਲੱਗੇ ਕਿ ਸ਼ਰਾਬ ਮੇਰੇ 'ਤੇ ਅਸਰ ਕਰ ਚੁੱਕੀ ਹੈ ਜਾਂ ਨਹੀਂ। ਇਸ ਲਈ ਅਮਰੀਕਾ ਵਿੱਚ ਇੱਕ ਫਾਰਮੂਲਾ ਬਣਿਆ, ਉਸ ਦਾ ਨਾਮ ਹੈ ਜੀ ਕੇਜ਼, CAGE। ਇਹ ਸਵਾਲ ਨੇ 4। ਇਹਨਾਂ ਸਵਾਲਾਂ ਦੇ ਜਵਾਬਾਂ ਵਿੱਚੋਂ ਸਾਨੂੰ ਪਤਾ ਲੱਗ ਜਾਏਗਾ ਕਿ ਸ਼ਰਾਬ ਪੀਣਾ ਮੇਰੇ ਲਈ ਸਮੱਸਿਆ ਹੈ ਜਾਂ ਨਹੀਂ ਹੈ। ਪਹਿਲਾ ਸਵਾਲ ਹੈ ਜੀ C, ਕੀ ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਤੁਹਾਨੂੰ ਆਪਣੀ ਸ਼ਰਾਬ ਘਟਾਉਣ ਦੀ ਲੋੜ ਹੈ? Have you ever felt you ought to cut down on your drinking? दूसरा सवाल है A, have people annoyed you by criticizing your drinking? ਭਾਵ ਕੀ ਲੋਕੀ ਤੁਹਾਨੂੰ ਤੁਹਾਡੀ ਸ਼ਰਾਬ ਕਰਕੇ ਤੰਗ ਕਰਦੇ ਹਨ? ਤੀਸਰਾ ਸਵਾਲ G, have you ever felt guilty or bad about your drinking? ਕੀ ਤੁਹਾਨੂੰ ਆਪਣੇ ਸ਼ਰਾਬ ਪੀਣ 'ਤੇ ਕਦੀ ਪਛਤਾਵਾ ਹੋਇਆ ਹੈ ਜਾਂ ਫਿਰ ਬੁਰਾ ਮਹਿਸੂਸ ਹੋਇਆ ਹੈ?
चौथा प्रश्न, हैव यू एवर हैड ए ड्रिंक फर्स्ट थिंग इन द मॉर्निंग टू स्टडी योर नर्व्स और गेट रिड ऑफ ए हैंगओवर। ਤੁਸੀਂ ਆਈ ਓਪਨਰ ਤੋਂ ਨਹੀਂ ਹੈ? ਕੀ ਤੁਸੀਂ ਸਵੇਰੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਠੀਕ ਠਾਕ ਮਹਿਸੂਸ ਕਰਨ ਲਈ ਸ਼ਰਾਬ ਪੀਂਦੇ ਹੋ? ਅਗਰ ਇਹਨਾਂ ਚਾਰਾਂ ਸਵਾਲਾਂ ਵਿੱਚੋਂ ਇੱਕ ਵੀ ਜਵਾਬ ਹਾਂ ਵਿੱਚ ਹੈ ਤੇ ਤੁਸੀਂ ਸਮਝੋ ਕਿ ਤੁਸੀਂ ਸ਼ਰਾਬ ਦੀ ਅਸਰ, ਸ਼ਰਾਬ ਦੇ ਪ੍ਰਭਾਵ ਤੇ ਸ਼ਰਾਬ ਦੀ ਸਮੱਸਿਆ ਵਿੱਚ ਫਸੇ ਹੋਏ ਹੋ। ਇਸ ਤੋਂ ਇਲਾਵਾ ਕੁਝ ਹੋਰ ਨੁਕਤੇ ਹਨ ਜਿਹੜੇ ਦੱਸਦੇ ਨੇ ਕਿ ਤੁਸੀਂ ਸ਼ਰਾਬੀ ਹੋ ਜਾਂ ਨਹੀਂ। ਬੜੇ ਲੋਕੀ ਕਹਿਣਗੇ ਅਸੀਂ ਤੇ ਕਦੀ ਕਦਾਈ ਪੀਂਦੇ ਹਾਂ, ਉਹ ਵੀ ਯਾਰਾਂ ਦੋਸਤਾਂ ਵਿੱਚ, ਤੇ ਆਪਣੇ ਆਪ ਨੂੰ ਸ਼ਰਾਬੀ ਨਹੀਂ ਮੰਨਦੇ। ਉਹਨਾਂ ਲਈ ਇਹ ਨੁਕਤੇ ਨੇ ਜਿਹੜੇ ਸਾਂਝੇ ਕੀਤੇ ਜਾ ਸਕਦੇ ਨੇ। ਪਹਿਲਾ ਨੁਕਤਾ, ਡੂ ਯੂ ਡਰਿੰਕ ਅਲੋਨ? ਕੀ ਤੁਸੀਂ ਇਕੱਲੇ ਸ਼ਰਾਬ ਪੀਂਦੇ ਹੋ? ਆਪਣੇ ਆਪ ਨੂੰ ਸ਼ਾਬਾਸ਼ ਦਿੰਦੇ ਆ ਨਾ ਕਿ ਮੈਂ ਤਾਂ ਇਕੱਲਿਆਂ ਹੀ ਪੀਂਦਾ, ਮੈਂ ਕਿਹੜਾ ਕਿਸੇ ਨਾਲ ਬੈਠਦਾ, ਮੈਂ ਕਿਸੇ ਨੂੰ ਡਿਸਟਰਬ ਨਹੀਂ ਕਰਦਾ। ਪਰ ਕਹਿੰਦੇ ਜੇ ਤੂੰ ਇਕੱਲਿਆਂ ਵੀ ਪੀ ਰਿਹਾ ਨਾ ਤੇ ਸਮਝ ਲਾ ਤੂੰ ਸਮੱਸਿਆ ਵਿੱਚ ਫਸਿਆ ਹੋਇਆ। ਡੂ ਯੂ ਡਰਿੰਕ ਅਲੋਨ? ਤੇ ਦੂਸਰਾ ਕੁਐਸਚਨ ਹੈ ਜੀ, ਡੂ ਯੂ ਹੈਵ ਨੋ ਫਿਕਸਡ ਟਾਈਮ ਔਰ ਪਲੇਸ ਟੂ ਸਟਾਰਟ ਡਰਿੰਕਿੰਗ? ਕੀ ਤੁਹਾਡਾ ਸ਼ਰਾਬ ਪੀਣ ਦਾ ਕੋਈ ਸਮਾਂ ਜਾਂ ਜਗ੍ਹਾ ਨਹੀਂ ਹੈ? ਤੇ ਇਸ ਦਾ ਮਤਲਬ ਵੀ ਇਹੀ ਹੈ, ਭਾਵੇਂ ਤੂੰ ਆਪਣੇ ਆਪ ਨੂੰ ਸ਼ਾਬਾਸ਼ ਦੇ ਕਿ ਮੇਰਾ ਕਿਹੜਾ ਕੋਈ ਫਿਕਸ ਟਾਈਮ ਹੈ, ਮੈਂ ਕਿਹੜਾ ਫਿਕਸ ਟਾਈਮ 'ਤੇ ਪੀਂਦਾ, ਮੇਰਾ ਕੋਈ ਫਿਕਸ ਪਲੇਸ ਥੋੜ੍ਹੀ ਹੈ। ਪਰ ਤੂੰ ਭਾਵੇਂ ਫਿਕਸ ਨਹੀਂ ਹੈ, ਤੇਰੀ ਸਮੱਸਿਆ ਫਿਕਸ ਹੈ। ਤੀਸਰਾ ਕੁਐਸਚਨ ਜੀ, ਡੂ ਯੂ ਹੈਵ ਐਕਸਪੀਰੀਅੰਸ ਬਲੈਕ ਆਊਟ ਆਫਟਰ ਫਸਟ ਪੈਗ? ਕੀ ਤੁਹਾਨੂੰ ਪਹਿਲਾ ਪੈਗ ਲੈਣ ਦੇ ਨਾਲ ਹੀ ਉਸ ਤੋਂ ਬਾਅਦ ਵਾਲੀਆਂ ਗੱਲਾਂ ਭੁੱਲਣ ਲੱਗਦੀਆਂ ਹਨ? ਤੁਸੀਂ ਬਲੈਕ ਆਊਟ ਹੋ ਜਾਂਦੇ ਹੋ? ਅਤੇ ਜੇ ਇਹਨਾਂ ਸਵਾਲਾਂ ਦਾ ਜਵਾਬ ਵੀ ਹਾਂ ਵਿੱਚ ਹੈ ਤਾਂ ਤੁਸੀਂ ਸ਼ਰਾਬੀ ਹੋ, ਅਲਕੋਹਲਿਕ ਹੋ। ਸੋ ਇਸ ਲਈ ਅੱਜ ਇਸ ਦੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ 'ਤੇ ਸਾਨੂੰ ਇੱਕ ਬਹੁਤ ਵੱਡਾ ਫੈਸਲਾ ਕਰਨਾ ਹੋਏਗਾ ਅਤੇ ਕਰ ਲੈਣਾ ਚਾਹੀਦਾ ਹੈ ਕਿ ਦੁਨੀਆ ਦਾ ਕੋਈ ਵੀ ਨਸ਼ਾ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਹੋਣਾ ਚਾਹੀਦਾ। ਅਤੇ ਜਿਸ ਸ਼ਰਾਬ ਨੂੰ ਅਸੀਂ ਆਪਣੇ ਘਰ ਦੇ ਵਿੱਚ ਰਾਣੀ ਬਣਾ ਕੇ ਰੱਖ ਚੁੱਕੇ ਹਾਂ, ਆਪਣੇ ਹਰ ਦੁੱਖ ਅਤੇ ਸੁੱਖ ਦੇ ਪ੍ਰੋਗਰਾਮਾਂ ਦੇ ਅੰਦਰ ਉਸ ਨੂੰ ਵੱਡੀ ਥਾਂ ਦੇ ਚੁੱਕੇ ਹਾਂ, ਸਾਨੂੰ ਉਸ ਨੂੰ ਆਪਣੇ ਘਰ ਵਿੱਚੋਂ ਬਾਹਰ ਕੱਢਣਾ ਹੋਏਗਾ। ਤਾਂ ਹੀ ਅਸੀਂ ਸਿਹਤਮੰਦ ਜੀਵਨ ਜੀਅ ਸਕਾਂਗੇ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਾਂਗੇ। ਅਤੇ ਸਾਨੂੰ ਆਪਣੇ ਸਾਰੇ ਇਹ ਭਰਮ ਕੱਢਣੇ ਪੈਣਗੇ ਅਤੇ ਨਸ਼ੇ ਦਾ ਤਿਆਗ ਕਰਨਾ ਹੋਏਗਾ। ਅਗਰ ਨਹੀਂ ਤਾਂ ਨਸ਼ਾ ਸਾਡਾ ਨਾਸ਼ ਕਰ ਦੇਵੇਗਾ, ਇਹ ਸਾਨੂੰ ਬਖਸ਼ੇਗਾ ਨਹੀਂ। ਸੋ ਪ੍ਰਣ ਕਰੀਏ ਅਤੇ ਗੁਰੂ ਸਾਹਿਬਾਨ ਅੱਗੇ ਅਰਦਾਸ ਕਰਕੇ ਇਹ ਫੈਸਲਾ ਲੈ ਲਈਏ ਕਿ ਜਿੰਨੀਆਂ ਪਿਛਲੀਆਂ ਭੁੱਲਾਂ ਹੋ ਗਈਆਂ ਹਨ ਉਹਨਾਂ ਨੂੰ ਅੱਜ ਤੋਂ ਬਾਅਦ ਅਸੀਂ ਦੁਹਰਾਉਣਾ ਨਹੀਂ ਹੈ। ਅੱਜ ਤੋਂ ਅਸੀਂ ਨਵੀਂ ਜ਼ਿੰਦਗੀ ਦੀ ਇੱਕ ਸ਼ੁਰੂਆਤ ਕਰਨੀ ਹੈ। ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਇੱਕ ਨਵਾਂ ਰਹੱਸ ਛੇੜਨਾ ਹੈ। ਆਪਣੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕਰਕੇ ਆਪਣੇ ਘਰ ਦੇ ਵਿੱਚ ਖੁਸ਼ਹਾਲੀ ਲੈ ਕੇ ਆਉਣੀ ਹੈ। ਔਰ ਇਹ ਸਰੀਰ ਜੋ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੋਇਆ ਹੈ, ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿੱਤ ਲਾਇਆ। ਇਸ ਸਰੀਰ ਨੂੰ ਪਰਮੇਸ਼ਰ ਦੇ ਦਰਗਾਹ ਦੇ ਵਿੱਚ ਪ੍ਰਵਾਨ ਕਰਨ ਲਈ ਅੱਜ ਹੀ ਕਦਮ ਚੁੱਕੀਏ, ਅੱਜ ਹੀ ਕਦਮ ਚੁੱਕੀਏ, ਕੱਲ੍ਹ 'ਤੇ ਨਾ ਛੱਡੀਏ। ਅੱਜ ਹੀ ਇਹ ਅਰਦਾਸ ਕਰਕੇ ਅਸੀਂ ਫੈਸਲਾ ਕਰ ਲਈਏ ਕਿ ਸ਼ਰਾਬ ਨਾ ਸਾਡੇ ਘਰ ਦੇ ਅੰਦਰ ਆਏਗੀ ਅਤੇ ਨਾ ਅਸੀਂ ਕਿਸੇ ਸ਼ਰਾਬਖਾਨੇ ਦੇ ਅੰਦਰ ਆਪਣੇ ਇਸ ਸਰੀਰ ਨੂੰ ਲੈ ਕੇ ਜਾਵਾਂਗੇ। ਸੋ ਇਹ ਬੇਨਤੀਆਂ ਅੱਜ ਆਪਾਂ ਸਾਰੇ ਜਣੇ ਸਾਂਝੀਆਂ ਵੀ ਕਰੀਏ ਅਤੇ ਆਪਸ ਵਿੱਚ ਇਸ ਗੱਲ ਲਈ ਦ੍ਰਿੜ ਸੰਕਲਪ ਹੋਈਏ ਕਿ ਅਸੀਂ ਆਪਣੇ ਸਮਾਜ ਨੂੰ ਨਸ਼ਾ ਮੁਕਤ ਬਣਾਈਏ, ਨਸ਼ਾ ਰਹਿਤ ਬਣਾਈਏ।